ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗੀ ਹਾਂ, ਇਹ ਕੋਈ ਕਹਾਣੀ ਨਹੀਂ ਬਲਕਿ ਕਿੱਸੇ हैं। ਇਹ ਕਿੱਸੇ हैं ਅਕਬਰ ਔਰ ਬੀਰਬਲ ਦੇ, ਜਿਨ੍ਹਾਂ ਨੂੰ ਪੰਜਾਬੀ 'ਚ ਲਿਖਿਆ ਹੈ ਪਿਆਰਾ ਸਿੰਘ ਦਾਤਾ ਜੀ ਨੇ, ਜਿਨ੍ਹਾਂ ਨੂੰ ਹਾਸ ਵਿਅੰਗ ਦਾ ਰਾਜਾ ਵੀ ਕਿਹਾ ਜਾਂਦਾ ਹੈ। ਆਓ ਪੜ੍ਹੀਏ ਕੁਝ ਕਿੱਸੇ ਅਕਬਰ ਬੀਰਬਲ ਦੇ ਨਾਮ। ਮੂਰਖਾਂ ਦਾ ਟੱਬਰ। ਬੀਰਬਲ ਦੇ ਗਵਾਂਢ ਵਿੱਚ ਇੱਕ ਜੁਲਾਹਿਆਂ ਦਾ ਮੁਹੱਲਾ ਸੀ। ਉਹਨਾਂ ਦੇ ਸਰਦਾਰ ਦਾ ਨਾਮ ਫਜ਼ਲਾ ਸੀ। ਫਜ਼ਲੇ ਦੀ ਧੀ ਫਾਤਮਾ ਜਵਾਨ ਹੋ ਗਈ ਤਾਂ ਉਸ ਦੀ ਮੰਗਣੀ ਕਰ ਦਿੱਤੀ ਗਈ। ਇੱਕ ਦਿਨ ਫਾਤਮਾ ਕੱਲੀ ਘਰ ਵਿੱਚ ਝਾੜੂ ਮਾਰ ਰਹੀ ਸੀ ਕਿ ਖਿਆਲੀ ਪੁਲਾਓ ਪਕਾਣੇ ਸ਼ੁਰੂ ਕਰ ਦਿੱਤੇ। ਉਹ ਸੋਚਣ ਲੱਗੀ, ਅਗਲੇ ਮਹੀਨੇ ਮੇਰਾ ਵਿਆਹ ਹੋਏਗਾ, ਫਿਰ ਬੱਚਾ ਹੋਏਗਾ। ਜੇ ਉਹ ਬੱਚਾ ਰੱਬ ਸਬੱਬੀ ਮਰ ਹੀ ਜਾਵੇ ਤਾਂ ਆਂਢ ਗੁਆਂਢ ਦੀਆਂ ਜਨਾਨੀਆਂ ਪਰਚਾਉਣ ਲਈ ਆਉਣਗੀਆਂ, ਪਰ ਮੈਨੂੰ ਤਾਂ ਰੋਣਾ ਹੀ ਨਹੀਂ ਆਉਂਦਾ। ਫਿਰ ਉਹ ਸੋਚਿਆ, ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ, ਜੋ ਕੱਲ ਕਰਨਾ ਪੈਣਾ ਹੈ ਉਸ ਦੀ ਅੱਜ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਹ ਸੋਚ ਉਹ ਢਾਹੀ ਮਾਰ ਕੇ ਰੋਣ ਲੱਗ ਪਈ। ਇੰਨੇ ਚਿਰ ਵਿੱਚ ਉਸਦੀ ਛੋਟੀ ਭੈਣ ਆਈ। ਆਪਣੀ ਵੱਡੀ ਭੈਣ ਨੂੰ ਰੋਂਦਿਆਂ ਵੇਖ ਕੇ ਉਹ ਵੀ ਰੋਣ ਲੱਗ ਪਈ। ਕੁਝ ਚਿਰ ਪਿੱਛੋਂ ਮਾਂ ਘਰ ਆਈ। ਉਹ ਆਪਣੀਆਂ ਜਵਾਨ ਧੀਆਂ ਨੂੰ ਰੋਂਦਿਆਂ ਵੇਖਿਆ ਤਾਂ ਉਹ ਵੀ ਕੰਬਲ ਵਿਛਾ ਕੇ ਰੋਣ ਲੱਗ ਪਈ। ਇੰਨੇ ਚਿਰ ਨੂੰ ਫਜ਼ਲਾ ਬਾਹਰੋਂ ਆਇਆ। ਉਸ ਸਾਰਿਆਂ ਨੂੰ ਰੋਂਦਿਆਂ ਧੋਂਦਿਆਂ ਵੇਖਿਆ ਤਾਂ ਅੰਦਰੋਂ ਵੱਡੀ ਦਰੀ ਕੱਢ ਕੇ ਵਿਹੜੇ ਵਿੱਚ ਵਿਛਾ ਦਿੱਤੀ ਤੇ ਆਪ ਵੀ ਉੱਚੀ ਉੱਚੀ ਢਾਹਾਂ ਮਾਰ ਕੇ ਰੋਣ ਲੱਗ ਪਿਆ। ਹੁਣ ਆਂਢੀਆਂ ਗੁਆਂਢੀਆਂ ਨੇ ਸਾਰੇ ਟੱਬਰ ਨੂੰ ਢਾਹੀ ਮਾਰ ਰੋਂਦਿਆਂ ਵੇਖਿਆ ਤਾਂ ਉਹ ਵੀ ਆ ਕੇ ਫਜ਼ਲੇ ਦਾ ਸਾਥ ਦੇਣ ਲੱਗ ਪਏ। ਥੋੜੇ ਚਿਰ ਵਿੱਚ ਸਾਰਾ ਮੁਹੱਲਾ ਇਕੱਠਾ ਹੋ ਗਿਆ। ਮਰਦ ਢਾਹੀ ਮਾਰ ਰਹੇ ਸਨ ਤਾਂ ਜਨਾਨੀਆਂ ਖੜੋਤੀਆਂ ਸਿਆਪਾ ਕਰ ਰਹੀਆਂ ਸਨ। ਇੰਨਾ ਚੀਕ ਚਿਹਾੜਾ ਪਿਆ ਤਾਂ ਬੀਰਬਲ ਦੀ ਨੀਂਦ ਖੁੱਲ ਗਈ। ਉਹ ਫਜ਼ਲੇ ਦੇ ਘਰ ਗਿਆ ਤਾਂ ਨੰਬਰਦਾਰ ਸਦੀਕੇ ਨੂੰ ਪੁੱਛਿਆ, ਕਿਉਂ ਬਈ, ਕਿਸ ਦੀ ਮੌਤ ਹੋ ਗਈ ਹੈ? ਨੰਬਰਦਾਰ ਨੇ ਕਿਹਾ, ਸਰਕਾਰ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਸਭ ਤੋਂ ਅਖੀਰ ਵਿੱਚ ਹੀ ਆਇਆ। ਸੋ ਉਸਦੇ ਨਾਲ ਦੇ ਜੁਲਾਹੇ ਤੋਂ ਪੁੱਛਿਆ, ਕੋਈ ਜਵਾਬ ਨਾ ਮਿਲਣ ਤੇ ਅਖੀਰ ਫਜ਼ਲੇ ਤੋਂ ਪੁੱਛਿਆ ਗਿਆ। ਫਜ਼ਲੇ ਦੱਸਿਆ, ਉਸਦੇ ਘਰ ਆਉਣ ਤੋਂ ਪਹਿਲਾਂ ਉਹਨਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੋ ਚੁੱਕੀ ਸੀ। ਉਸਦੀ ਬੀਵੀ ਕਰੀਮੋ ਨੂੰ ਪਤਾ ਹੋਵੇਗਾ ਕਿਸ ਦੀ ਮੌਤ ਹੋ ਗਈ ਹੈ। ਕਰੀਮੋ ਕੋਲੋਂ ਪੁੱਛਿਆ ਤਾਂ ਉਹ ਅੱਖਾਂ ਪੂੰਝ ਕੇ ਬੋਲੀ, ਫਾਤਿਮਾ ਕੋਲੋਂ ਪੁੱਛੋ, ਉਹ ਮੇਰੇ ਤੋਂ ਪਹਿਲਾਂ ਰੋ ਰਹੀ ਸੀ। ਉਸ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ, ਬਸ ਹੁਣ ਸਭ ਰੋਣਾ ਧੋਣਾ ਬੰਦ ਕਰੋ ਤੇ ਆਪੋ ਆਪਣੇ ਘਰ ਹੀ ਜਾਵੋ। ਮੈਨੂੰ ਰੋਣਾ ਚੰਗੀ ਤਰ੍ਹਾਂ ਆ ਗਿਆ। ਹੁਣ ਜਦੋਂ ਮੇਰਾ ਬੱਚਾ ਮਰੇਗਾ ਮੈਂ ਆਪ ਇਕੱਲੀ ਚੰਗੀ ਤਰ੍ਹਾਂ ਰੋ ਸਕਾਂਗੀ। ਇਹ ਸੀ ਜੀ ਮੂਰਖਾਂ ਦਾ ਟੱਬਰ। ਅਗਲਾ ਜੋ ਕਿੱਸਾ ਹੈ ਉਸਦਾ ਨਾਮ ਹੈ ਮੋਤੀਆਂ ਦੀ ਖੇਤੀ। ਇੱਕ ਵਾਰ ਵਜ਼ੀਰਾ ਅਮੀਰਾਂ ਨੇ ਅਕਬਰ ਦੇ ਖੂਬ ਕੰਨ ਭਰੇ ਕਿ ਹਜ਼ੂਰ, ਬੀਰਬਲ ਸ਼ਾਹੀ ਖਜ਼ਾਨੇ ਤੇ ਹੱਥ ਸਾਫ਼ ਕਰਦਾ ਹੈ ਤੇ ਕਈ ਸ਼ਾਹੀ ਤੋਹਫੇ ਮਹਿਲ ਚੋਂ ਚੋਰੀ ਕਰ ਲੈ ਜਾਂਦਾ ਹੈ। ਬਾਦਸ਼ਾਹ ਨੇ ਕਿਹਾ ਕਿ ਸਬੂਤ ਪੇਸ਼ ਕਰੋ। ਦੂਤੀਆਂ ਨੇ ਬੀਰਬਲ ਦੇ ਨੌਕਰ ਮੂਰਖੰਦਰ ਬਹਾਦਰ ਰਾਹੀਂ ਸ਼ਾਹੀ ਖਜ਼ਾਨੇ ਚੋਂ 2 ਕੀਮਤੀ ਲਾਲ, 5 ਕਸ਼ਮੀਰੀ ਦੁਸ਼ਾਲੇ ਤੇ ਬਹੁਤ ਸਾਰੇ ਕੀਮਤੀ ਮੋਤੀ ਹੀਰੇ ਇੱਕ ਸੰਦੂਕ ਵਿੱਚ ਬੰਦ ਕਰਕੇ ਬੀਰਬਲ ਦੇ ਸੌਣ ਵਾਲੇ ਕਮਰੇ ਵਿੱਚ ਰਖਾ ਦਿੱਤੇ। ਬਾਦਸ਼ਾਹ ਨੂੰ ਖਬਰ ਦਿੱਤੀ ਕਿ ਹਜ਼ੂਰ, ਅੱਜ ਰਾਤ ਨੂੰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦੀ ਚੋਰੀ ਹੋ ਗਈ ਹੈ ਤੇ ਖਵਾਜਾ ਸਰਾਂ ਨੇ ਬੀਰਬਲ ਨੂੰ ਇੱਕ ਸੰਦੂਕ ਲਿਜਾਂਦੇ ਵੇਖਿਆ ਹੈ। ਬਾਦਸ਼ਾਹ ਤਾਂ ਹੁੰਦੇ ਹੀ ਕੰਨਾਂ ਦੇ ਕੱਚੇ ਸਨ। ਸੋ ਅਕਬਰ ਨੇ ਬੀਰਬਲ ਨੂੰ ਫੜਨ ਲਈ ਸਿਪਾਹੀ ਭੇਜ ਦਿੱਤੇ। ਸਿਪਾਹੀ ਸੰਦੂਕ ਸਣੇ ਬੀਰਬਲ ਨੂੰ ਹਾਜ਼ਰ ਕਰ ਦਿੱਤਾ। ਬੀਰਬਲ ਹੈਰਾਨ ਪਰੇਸ਼ਾਨ ਸਿਰ ਝੁਕਾਏ ਖੜੋਤਾ ਰਿਹਾ, ਕਿਉਂਕਿ ਉਸ ਵਿਰੁੱਧ ਸਬੂਤ ਇੰਨਾ ਪੱਕਾ ਸੀ ਕਿ ਉਹ ਉਸ ਦਾ ਖੰਡਨ ਨਹੀਂ ਸੀ ਕਰ ਸਕਦਾ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਬੀਰਬਲ ਨੂੰ ਜੇਲ੍ਹ ਭੇਜ ਦਿੱਤਾ ਜਾਵੇ। ਸਿਪਾਹੀ ਹੁਕਮ ਦੀ ਪਾਲਣਾ ਕਰਨ ਹੀ ਵਾਲੇ ਸਨ ਕਿ ਬੀਰਬਲ ਦੀ ਪਤਨੀ ਦੌੜਦੀ ਆਈ।
ਉਹ ਰੋ ਰੋ ਕੇ ਕਹਿਣ ਲੱਗੀ, ਹਜ਼ੂਰ, ਮੇਰੇ ਪਤੀ ਦੀ ਜਾਨ ਬਖਸ਼ੀ ਜਾਵੇ। ਜੇ ਬੀਰਬਲ ਮਾਰ ਦਿੱਤਾ ਗਿਆ ਤਾਂ ਦੁਨੀਆ ਤੋਂ ਮੋਤੀ ਹੀਰਿਆਂ ਦੀ ਪਾਲਕ ਮਿਟ ਜਾਏਗਾ। ਬਾਦਸ਼ਾਹ ਨੇ ਪੁੱਛਿਆ, ਕੀ ਮਤਲਬ? ਹਜ਼ੂਰ, ਮੇਰੇ ਪਤੀ ਪਾਸ ਇੱਕ ਅਜਿਹਾ ਮਸਾਲਾ ਹੈ ਜਿਸ ਨਾਲ ਇਹ ਹੀਰੇ ਮੋਤੀਆਂ ਦੀ ਫਸਲ ਉਗਾ ਸਕਦਾ ਹੈ। ਨਾ ਇਤਬਾਰ ਹੋਵੇ ਤਾਂ ਪਰਤਾ ਵੇਖੋ। ਅਕਬਰ ਨੇ ਬੀਰਬਲ ਤੋਂ ਪੁੱਛਿਆ, ਕਿਉਂ ਬਈ, ਇਹ ਠੀਕ ਗੱਲ ਹੈ? ਬੀਰਬਲ ਨੇ ਉੱਤਰ ਦਿੱਤਾ, ਬਿਲਕੁਲ ਸੱਚ ਹੈ, ਪਰ ਇਸ ਕੰਮ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਹੀਰੇ ਮੋਤੀਆਂ ਲਈ ਯੋਗ ਜ਼ਮੀਨ ਦੀ ਪ੍ਰਵਾਨਗੀ ਦਿੱਤੀ ਜਾਵੇ। ਬਾਦਸ਼ਾਹ ਨੇ ਕਿਹਾ, ਮਨਜ਼ੂਰ ਹੈ, ਤੇ ਇਸੇ ਸ਼ਰਤ ਤੇ ਤੇਰੀ ਜਾਨ ਬਖਸ਼ੀ ਕਰ ਦਿੱਤੀ ਜਾਵੇਗੀ। ਬੀਰਬਲ ਜਾਨ ਬਚਾ ਕੇ ਘਰ ਪੁੱਜਾ ਤੇ ਪਤਨੀ ਨਾਲ ਸਲਾਹ ਕਰਕੇ ਬਾਦਸ਼ਾਹ ਨੂੰ ਮੁੱਲਾ ਦੋ ਪਿਆਜ਼ਾ, ਖਾਨ ਖਾਨਾ ਆਦਿ ਉਹਨਾਂ ਵਜ਼ੀਰਾਂ ਅਮੀਰਾਂ ਦੀ ਸੂਚੀ ਦਿੱਤੀ ਜਿਨ੍ਹਾਂ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਸੂਚੀ ਵਿੱਚ ਦਰਜ ਸੀ ਕਿ ਇਹ ਮਕਾਨਾਂ ਵਾਲੀ ਥਾਂ ਹੀਰੇ ਮੋਤੀਆਂ ਦੀ ਖੇਤੀ ਲਈ ਯੋਗ ਜ਼ਮੀਨ ਹੈ। ਬਾਦਸ਼ਾਹ ਦੀ ਪ੍ਰਵਾਨਗੀ ਤੇ ਬੀਰਬਲ ਨੇ ਉਹਨਾਂ ਸਾਰੇ ਮਕਾਨਾਂ ਨੂੰ ਢਹਾ ਕੇ ਉਹਨਾਂ ਤੇ ਹਲ ਫਰਾ ਦਿੱਤਾ ਤੇ ਉਹਨਾਂ ਦੇ ਮਾਲਕਾਂ ਨੂੰ ਖੇਤ ਦੀਆਂ ਨੁਕਰਾਂ ਤੇ ਝੌਂਪੜੀਆਂ ਪਵਾ ਦਿੱਤੀਆਂ। ਦੂਜੇ ਦਿਨ ਭਰੇ ਦਰਬਾਰ ਵਿੱਚ ਬੀਰਬਲ ਪੁੱਜਾ ਤੇ ਬੇਨਤੀ ਕੀਤੀ, ਹਜ਼ੂਰ, ਖੇਤੀ ਤਿਆਰ ਹੈ, ਪਰ ਬੀਜ ਕਿਸੇ ਨੇਕ ਆਦਮੀ ਪਾਸੋਂ ਪਵਾਉਣਾ ਠੀਕ ਹੈ। ਮੈਂ ਤਾਂ ਚੋਰ ਹਾਂ। ਮੁੱਲਾ ਦੋ ਪਿਆਜ਼ਾ ਆਦਿ ਸਾਰੇ ਵਜ਼ੀਰ ਚੋਰ ਨਹੀਂ, ਇਸ ਲਈ ਉਹਨਾਂ ਤੋਂ ਬੀਜ ਪਵਾਓ। ਜੇ ਉਹ ਚੋਰ ਨਾ ਹੋਏ ਤਾਂ ਮੋਤੀ ਉੱਗ ਪੈਣਗੇ, ਵਰਨਾ ਖੇਤੀ ਬੰਜਰ ਦੀ ਬੰਜਰ ਰਹੇਗੀ। ਅਕਬਰ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਵੱਲ ਦੇਖਿਆ, ਪਰ ਕੋਈ ਵੀ ਇਸ ਕੰਮ ਨੂੰ ਕਰਨ ਲਈ ਤਿਆਰ ਨਾ ਹੋਇਆ। ਇਹ ਹਾਲ ਵੇਖ ਕੇ ਬੀਰਬਲ ਕਹਿਣ ਲੱਗਾ, ਹਜ਼ੂਰ, ਇਹ ਵੀ ਚੋਰ ਹੀ ਜਾਪਦੇ ਹਨ, ਨਹੀਂ ਤਾਂ ਮੋਤੀ ਬੀਜਣ ਤੋਂ ਕਿਉਂ ਕਤਰਾਉਣ? ਬਾਦਸ਼ਾਹ ਨੂੰ ਸਾਰੀ ਗੱਲ ਸਮਝ ਆ ਗਈ। ਉਸਨੇ ਵਜ਼ੀਰਾਂ ਨੂੰ ਡਾਂਟ ਕੇ ਪੁੱਛਿਆ, ਠੀਕ ਠੀਕ ਦੱਸੋ, ਇਹ ਕੀ ਗੱਲ ਹੈ, ਵਰਨਾ ਸਾਰਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਮੁੱਲਾ ਦੋ ਪਿਆਜ਼ਾ ਨੇ ਜਦ ਸਾਰੀ ਕਥਾ ਸੁਣਾਈ ਕਿ ਬੀਰਬਲ ਨੇ ਚੋਰੀ ਨਹੀਂ ਸੀ ਕੀਤੀ, ਸਗੋਂ ਉਸਨੂੰ ਫਸਾਇਆ ਗਿਆ ਸੀ, ਤਾਂ ਬੀਰਬਲ ਤੇ ਦੂਤੀਆਂ ਤੇ ਤਗੜੇ ਜੁਰਮਾਨੇ ਹੋਏ ਔਰ ਬੀਰਬਲ ਨੂੰ ਭਾਰੀ ਇਨਾਮ ਦਿੱਤਾ ਗਿਆ। ਅਖੀਰਲਾ ਕਿੱਸਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ, ਉਸ ਦਾ ਨਾਮ ਹੈ ਮੂਰਖ ਅੰਦਰ ਬਹਾਦਰ, ਜੋ ਕਿ 3 ਹਿੱਸਿਆਂ ਵਿੱਚ ਦਿੱਤਾ ਗਿਆ ਹੈ। ਬੀਰਬਲ ਨੇ ਅਕਬਰ ਬਾਦਸ਼ਾਹ ਦੀ ਰੋਟੀ ਕੀਤੀ। ਹੋਰ ਵੀ ਕਈ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ। ਉਹਨਾਂ ਦਿਨੀ ਬੀਰਬਲ ਕੋਲ ਇੱਕ ਨਵਾਂ ਪਹਾੜੀਆ ਨੌਕਰ ਆਣ ਕੇ ਰਹਿਣ ਲੱਗਾ ਸੀ। ਉਸ ਦਾ ਨਾਂ ਸੀ ਮੂਰਖ ਅੰਦਰ ਬਹਾਦਰ। ਬੀਰਬਲ ਦੀ ਕੋਸ਼ਿਸ਼ ਸੀ ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ ਆਵੇ, ਪਰ ਇੱਕ ਪਰਦੇ ਪਿੱਛੋਂ ਝਾਕਦਿਆਂ ਬਾਦਸ਼ਾਹ ਨੇ ਉਸ ਨੂੰ ਤਾੜ ਲਿਆ। ਅਕਬਰ ਨੇ ਉਸ ਨੂੰ ਪਾਸ ਬੁਲਾਇਆ ਤਾਂ ਬੀਰਬਲ ਨੇ ਉਸ ਦੀ ਸਿਆਣਪ ਦੀ ਬੜੀ ਤਾਰੀਫ ਕੀਤੀ। ਅਕਬਰ ਨੇ ਉਸ ਦਾ ਇਮਤਿਹਾਨ ਲੈਣਾ ਚਾਹਿਆ ਤਾਂ ਬੀਰਬਲ ਨੇ ਉਸ ਨੂੰ ਪੇਸ਼ ਕਰ ਦਿੱਤਾ। ਅਕਬਰ ਨੇ ਉਸ ਨੂੰ ਇੱਕ ਕਟੋਰਾ ਦੇ ਕੇ ਬਾਜ਼ਾਰੋਂ 2 ਆਨੇ ਦਾ ਤੇਲ ਲੈਣ ਭੇਜਿਆ। ਮੂਰਖ ਅੰਦਰ ਬਹਾਦਰ ਨੇ ਕਟੋਰਾ ਤੇਲ ਦਾ ਭਰਵਾ ਲਿਆ ਤਾਂ ਵੀ ਕੁਝ ਤੇਲ ਬਚ ਰਿਹਾ। ਦੁਕਾਨਦਾਰ ਨੇ ਕਿਹਾ, ਥੋੜਾ ਤੇਲ ਬਚ ਗਿਆ ਹੈ ਮੂਰਖ ਅੰਦਰਾ, ਉਹ ਕਿਵੇਂ ਲੈ ਕੇ ਜਾਵੇਂਗਾ? ਮੂਰਖ ਅੰਦਰ ਨੇ ਕਟੋਰਾ ਪੁੱਠਾ ਕਰਕੇ ਬਚਦਾ ਤੇਲ ਵੀ ਪਵਾ ਲਿਆ। ਘਰ ਪੁੱਜਾ ਤਾਂ ਪੁੱਠੇ ਕਟੋਰੇ 'ਚ ਮਸਾ ਕੁ ਤੇਲ ਵੇਖ ਕੇ ਬਾਦਸ਼ਾਹ ਕਹਿਣ ਲੱਗੇ, ਮੂਰਖ ਅੰਦਰ, ਬਾਕੀ ਤੇਲ ਕਿੱਥੇ ਹੈ? 2 ਆਨੇ ਦਾ ਇੰਨਾ ਕੁ ਤੇਲ? ਮੂਰਖ ਅੰਦਰ ਨੇ ਕਟੋਰਾ ਸਿੱਧਾ ਕਰਕੇ ਕਿਹਾ, ਇੱਧਰ ਹੈ ਹਜ਼ੂਰ। ਇਸ ਤਰ੍ਹਾਂ ਪੁੱਠੇ ਪਾਸੇ ਦਾ ਤੇਲ ਵੀ ਡੁੱਲ ਗਿਆ। ਇਹ ਵੇਖ ਕੇ ਸਾਰੇ ਵਜ਼ੀਰ ਖਿੜਖਿੜ ਹੱਸਣ ਲੱਗੇ ਤੇ ਅਕਬਰ ਨੇ ਬੀਰਬਲ ਨੂੰ ਮੂਰਖ ਅੰਦਰਾਂ ਦੇ ਗੁਰੂ ਦਾ ਖਿਤਾਬ ਦਿੱਤਾ। ਬੀਰਬਲ ਨੇ ਬਾਦਸ਼ਾਹ ਦੀ ਚੋਟ ਪੱਲੇ ਬੰਨ ਲਈ ਤੇ ਯੋਗ ਵਕਤ ਦੀ ਉਡੀਕ ਕਰਨ ਲੱਗਾ। ਦੂਜੇ ਦਿਨ ਜਦੋਂ ਬੀਰਬਲ ਦਰਬਾਰ ਪਹੁੰਚਾ
ਤਾਂ ਮੁੱਲਾ ਦੋ ਪਿਆਜ਼ਾ, ਖਾਨ ਖਾਨਾ, ਮਿਰਜ਼ਾ ਆਦਿਕ ਨਾਲ ਸਲਾਹ ਪਕਾ ਕੇ ਅਕਬਰ ਬਾਦਸ਼ਾਹ ਬੀਰਬਲ ਨੂੰ ਕਹਿਣ ਲੱਗੇ, ਬੀਰਬਲ, ਇੱਕ ਅਜਿਹੀ ਸੂਚੀ ਪੇਸ਼ ਕਰ ਜਿਸ ਵਿੱਚ ਮੂਰਖਾਂ ਦੇ ਨਾਂ ਹੋਣ ਤੇ ਮੂਰਖਾਂ ਦੇ ਬਾਦਸ਼ਾਹ ਦਾ ਨਾਂ ਸਭ ਤੋਂ ਪਹਿਲਾਂ ਹੋਵੇ। ਬੀਰਬਲ ਵੱਲ ਅੱਖ ਦਾ ਇਸ਼ਾਰਾ ਕਰਕੇ ਉਹਨਾਂ ਨੇ ਗੱਲ ਕਹੀ। ਬੀਰਬਲ, ਬਹੁਤ ਅੱਛਾ ਹਜ਼ੂਰ, ਅਜਿਹੀ ਸੂਚੀ ਇੱਕ ਹਫ਼ਤੇ ਪਿੱਛੋਂ ਤਿਆਰ ਕਰਕੇ ਆਪ ਦੇ ਪੇਸ਼ ਕਰਾਂਗਾ। ਦੂਜੇ ਦਿਨ ਸ਼ਾਹੀ ਮਹੱਲਾਂ ਦੇ ਬਾਹਰ ਬੀਰਬਲ ਇੱਕ ਟੁੱਟੀ ਮੰਜੀ ਲੈ ਕੇ ਠੋਕਣ ਲੱਗ ਪਿਆ। ਸਭ ਤੋਂ ਪਹਿਲਾਂ ਅਕਬਰ ਨੇ ਉਸ ਵੱਲ ਵੇਖਿਆ ਤੇ ਪੁੱਛਿਆ, ਬੀਰਬਲ, ਇਹ ਕੀ ਕਰ ਰਿਹਾ ਹੈ? ਬੀਰਬਲ ਨੇ ਝਟ ਕਾਪੀ ਕੱਢ ਕੇ ਅਕਬਰ ਦਾ ਨਾਂ ਲਿਖ ਲਿਆ। ਇਸ ਤੋਂ ਪੁੱਛੋ, ਮੁੱਲਾ ਦੇ ਪਿਆਜ਼ਾ ਆਇਆ? ਉਸ ਵੀ ਉਹੀ ਸਵਾਲ ਕੀਤਾ। ਉਸ ਦਾ ਨਾਂ ਵੀ ਦਰਜ ਹੋ ਗਿਆ। ਸਵੇਰ ਤੋਂ ਸ਼ਾਮ ਤੱਕ ਉਸ ਉੱਥੇ ਹੀ ਡੇਰਾ ਜਮਾਈ ਰੱਖਿਆ ਤੇ ਸ਼ਹਿਰ ਵਾਸੀਆਂ ਦਾ ਤਾਂਤਾ ਲੱਗ ਗਿਆ। ਹਰ ਕੋਈ ਇਹੀ ਪੁੱਛਦਾ ਕਿ ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ, ਤੇ ਬੀਰਬਲ ਉਹਨਾਂ ਦੇ ਨਾਂ ਲਿਖੀ ਜਾਂਦਾ। ਹਫ਼ਤੇ ਪਿੱਛੋਂ ਦਰਬਾਰ ਲੱਗਾ ਤਾਂ ਅਕਬਰ ਨੇ ਸਭ ਤੋਂ ਪਹਿਲਾ ਸਵਾਲ ਬੀਰਬਲ ਤੇ ਇਹ ਕੀਤਾ ਕਿ ਮੂਰਖਾਂ ਦੀ ਸੂਚੀ ਤਿਆਰ ਹੋਈ ਜਾਂ ਨਹੀਂ। ਬੀਰਬਲ ਮੁਸਕਰਾ ਕੇ ਕਹਿਣ ਲੱਗਾ, ਹਜ਼ੂਰ, ਹੁਣੇ ਬਾਦਸ਼ਾਹ ਸਲਾਮਤ ਪੇਸ਼ ਕਰਦਾ ਹਾਂ। ਇਹ ਕਹਿ ਕੇ ਉਸਨੇ ਉਹ ਸੂਚੀ ਅਕਬਰ ਦੇ ਹੱਥ ਫੜਾਈ। ਅਕਬਰ ਨੇ ਪੜ੍ਹੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਉਸ ਤੋਂ ਅੱਗੇ ਮੁੱਲਾ ਦੋ ਪਿਆਜ਼ਾ, ਖਾਨ ਖਾਨਾ, ਖਵਾਜਾ ਸਰਾ ਆਦਿ ਦੇ ਨਾਂ ਪੜ੍ਹ ਕੇ ਬੜੇ ਹੈਰਾਨ ਹੋਇਆ। ਬੀਰਬਲ ਕੋਲੋਂ ਪੁੱਛਿਆ, ਵਜ਼ੀਰ, ਇਹ ਕੀ ਹੈ? ਹੱਥ ਜੋੜ ਕੇ ਬੀਰਬਲ ਕਹਿਣ ਲੱਗਾ, ਹਜ਼ੂਰ, ਮੈਨੂੰ ਮੰਜੀ ਠੋਕਦਿਆਂ ਵੇਖ ਕੇ ਸਭ ਤੋਂ ਪਹਿਲਾਂ ਜਿਸ ਆਦਮੀ ਨੇ ਮੈਥੋਂ ਪੁੱਛਿਆ ਕਿ ਮੈਂ ਕੀ ਕਰ ਰਿਹਾ ਹਾਂ, ਉਹ ਆਪ ਸੀ, ਤੇ ਇਸ ਤੋਂ ਪਿੱਛੋਂ ਦੋ ਮੂਰਖਾਂ ਦੀ ਸੂਚੀ ਤੁਸੀਂ ਪੜ੍ਹ ਹੀ ਲਈ ਹੈ। ਬਾਦਸ਼ਾਹ ਨੇ ਹਾਸਿਆ ਬੀਰਬਲ ਨੂੰ ਉਸਦੀ ਅਕਲ ਦੀ ਦਾਤ ਦਿੱਤੀ। ਕਾਫੀ ਸਮਾਂ ਗੁਜ਼ਰ ਜਾਣ ਪਿੱਛੋਂ ਕਾਬੁਲ ਦੇ ਦੋ ਸੌਦਾਗਰਾਂ ਨੇ ਕੁਝ ਘੋੜੇ ਬਾਦਸ਼ਾਹ ਨੂੰ ਪੇਸ਼ ਕੀਤੇ। ਬਾਦਸ਼ਾਹ ਨੇ ਦੋ ਘੋੜੇ ਪਸੰਦ ਕੀਤੇ ਤੇ ਖਰੀਦ ਲਏ ਔਰ ਉਸੇ ਨਸਲ ਦੇ ਹੋਰ ਘੋੜੇ ਲਿਆਉਣ ਲਈ 1 ਲੱਖ ਰੁਪਇਆ ਕਾਬਲੀ ਸੌਦਾਗਰਾਂ ਨੂੰ ਪੇਸ਼ਗੀ ਦਿੱਤੀ। ਇੱਕ ਦਿਨ ਬਾਦਸ਼ਾਹ ਨੂੰ ਪਤਾ ਨਹੀਂ ਕੀ ਸੁੱਝੀ, ਉਹ ਬੀਰਬਲ ਨੂੰ ਕਹਿਣ ਲੱਗਾ, ਬੀਰਬਲ, ਆਪਣੀ ਸੂਚੀ ਫੜਾ ਦੇ ਤੇ ਮੂਰਖਾਂ ਦੀ ਇੱਕ ਨਵੀਂ ਸੂਚੀ ਤਿਆਰ ਕਰ। ਦੂਜੇ ਦਿਨ ਬੀਰਬਲ ਫਿਰ ਉਹੀ ਸੂਚੀ ਪੇਸ਼ ਕਰ ਦਿੱਤੀ, ਜਿਸ ਵਿੱਚ ਸਭ ਤੋਂ ਪਹਿਲਾ ਨਾਂ ਅਕਬਰ ਦਾ ਹੀ ਸੀ। ਹੁਣ ਅਕਬਰ ਗੁੱਸੇ ਹੋ ਗਿਆ ਤੇ ਪੁੱਛਿਆ, ਇਹ ਕੀ? ਬੀਰਬਲ ਨੇ ਕਿਹਾ, ਹਜ਼ੂਰ, ਗੁਸਤਾਖੀ ਮਾਫ, ਤੁਸੀਂ ਬਿਨਾਂ ਜਾਣ ਪਹਿਚਾਣ ਦੇ ਕਾਬੁਲੀ ਸੌਦਾਗਰਾਂ ਨੂੰ 1 ਲੱਖ ਰੁਪਇਆ ਪੇਸ਼ਗੀ ਦੇ ਦਿੱਤਾ। ਉਹਨਾਂ ਨੂੰ ਮੂੰਹ ਵਿਖਾਉਣ ਦੀ ਕੀ ਲੋੜ ਹੈ? ਸੋ ਤੁਹਾਡੇ ਤੋਂ ਵੱਧ ਮੂਰਖ ਕੌਣ ਹੋਏਗਾ? ਪਰ ਜੇ ਉਹ ਪਰਤ ਆਣ ਤਾਂ? ਬਾਦਸ਼ਾਹ ਨੇ ਪੁੱਛਿਆ। ਜੇ ਪਰਤ ਆਏ ਤਾਂ ਆਪ ਦਾ ਨਾਂ ਕੱਟ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਖ ਦਿੱਤਾ ਜਾਵੇਗਾ। ਇਹ ਸੀ ਮਜ਼ੇਦਾਰ, ਚਟਪਟੇ, ਖੱਟੇ ਮਿੱਠੇ ਅਕਬਰ ਬੀਰਬਲ ਦੇ ਕਿੱਸੇ। ਬਹੁਤ ਸਾਰੇ ਕਿੱਸਿਆਂ ਚੋਂ ਕੁਝ ਕਿੱਸੇ ਜੋ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਅੱਜ ਇਹ ਦੁਬਾਰਾ ਪੜ੍ਹ ਕੇ ਐਵੇਂ ਲੱਗ ਰਿਹਾ ਹੈ ਕਿ ਕੁਝ ਖਾਸ ਹੀ ਹੈ। ਅਗਲੇ ਹਫ਼ਤੇ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ। ਕੋਸ਼ਿਸ਼ ਕਰਾਂਗੀ ਜਲਦੀ ਨਵੀਂ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਾਂ। ਉਦੋਂ ਤੱਕ ਆਪਣਾ ਖਿਆਲ ਰੱਖਿਓ, ਹੱਸਦੇ ਰਹੋ, ਖੁਸ਼ ਰਹੋ, ਪਰਿਵਾਰ ਦੇ ਨਾਲ ਰਹੋ। ਟੇਕ ਕੇਅਰ। ਸਤਿ ਸ਼੍ਰੀ ਅਕਾਲ।